ਪ੍ਰਗਟ ਜੀ ਮਤਲਬ ਖਿਡਾਰੀਆਂ ਦੇ ਵਿੱਚ ਇੱਕ ਕਾਬਲੀਅਤ ਹੁੰਦੀ ਹੈ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਪਰਫਾਰਮ ਕਰਦੇ ਹੁਣ ਦੇਸ਼ ਨੂੰ ਟੀਮ ਨੂੰ ਹਾਕੀ ਨੂੰ ਡਿਫੈਂਡ ਕਰਦੇ ਰਹੇ ਹੋ ਹੁਣ 3 ਮਹੀਨੇ ਜਾਂ 4 ਮਹੀਨੇ ਦੀ ਸਰਕਾਰ ਨੂੰ ਡਿਫੈਂਡ ਕਰਨਾ ਔਰ ਪਰਫਾਰਮ ਕਰਕੇ ਦਿਖਾਉਣਾ ਕਿੱਡਾ ਕੁ ਚੈਲੰਜ ਹੈ। ਨਹੀਂ ਕੋਈ ਚੈਲੰਜ ਬਹੁਤਾ ਵੱਡਾ ਨਹੀਂ ਹੈ। ਮੈਨੂੰ ਸੱਚੀ ਗੱਲ ਆ ਕਿ ਜਿਹੜੇ ਆਖਰੀ ਮਿੰਟ ਹੁੰਦੇ ਆ ਮੈਨੂੰ ਉਹਦੇ 'ਚ ਖੇਡਣ ਦਾ ਜ਼ਿਆਦਾ ਮਜ਼ਾ ਆਉਂਦਾ। ਸਾਡਾ ਬੇਸਿਕ ਇਸ਼ੂ ਜਿਹੜਾ ਬਿਜਲੀ ਦਾ, ਸਾਡਾ ਬੇਸਿਕ ਇਸ਼ੂ ਜਿਹੜਾ ਉਹ ਡਰੱਗਸ ਦਾ, ਸਾਡਾ ਬੇਸਿਕ ਇਸ਼ੂ ਜਿਹੜਾ ਹੈਗਾ ਉਹ ਬੇਅਦਬੀਆਂ ਦਾ, ਕਿਉਂਕਿ ਬੇਅਦਬੀਆਂ ਦਾ ਬਹੁਤ ਕਾਨੂੰਨੀ ਦਾ ਪੇਚਾਂ ਦੇ ਵਿੱਚ ਵੀ ਫਸਿਆ ਹੋਇਆ, ਕੋਰਟਸ ਦੇ ਵਿੱਚ ਵੀ ਫਸਿਆ ਹੋਇਆ, ਬਟ ਉਹਦੇ 'ਚ ਬੈਸਟ ਬ੍ਰੇਨ ਯੂਜ਼ ਕਰਕੇ, ਉਹਦੇ 'ਚ ਬੈਸਟ ਐਬਿਲਿਟੀ ਯੂਜ਼ ਕਰਕੇ ਔਰ ਨੀਅਤ ਸਾਫ਼ ਕਰਕੇ ਸਾਨੂੰ ਅੱਗੇ ਤੁਰਨ ਦੀ ਜ਼ਰੂਰਤ ਹੈ। ਤਾਂ ਜੇ ਇਹ ਸਪੋਰਟਸ ਮਹਿਕਮਾ ਮੇਰੇ ਕੋਲ ਆਇਆ, ਇਹ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਣਾ, ਕਿਉਂਕਿ ਇਹ ਮੈਨੂੰ ਪਤਾ ਹੈ ਪਿਛਲੇ ਵਾਹਵਾ ਸਮੇਂ ਤੋਂ ਡਿਫੰਕਟ ਹੋਇਆ ਆ। ਕਿਉਂਕਿ ਮੈਂ ਸਾਰੇ ਕੋਚ ਜਿੰਨੇ ਰੱਖੇ ਸੀ, ਜੋ ਕੀਤਾ ਸੀ ਇਹ ਠੀਕ ਹੈ। ਮੈਂ ਕਿਹਾ ਸੀ ਵਿਧਾਨ ਸਭਾ ਦੇ ਵਿੱਚ ਕਿ ਪਿਛਲੇ 4 ਸਾਲਾਂ ਦੇ ਵਿੱਚ ਸਪੋਰਟਸ ਮਹਿਕਮੇ ਨੇ ਨਿੱਕਰ ਵੀ ਨਹੀਂ ਖਰੀਦੀ। ਇਹ ਗੱਲ ਠੀਕ ਹੈਗੀ ਆ, ਮੈਂ ਅੱਜ ਵੀ ਉਹਦੇ ਤੇ ਖੜਾ, ਲੇਕਿਨ ਇਹ ਹੈ ਕਿ ਇਹਦੇ ਤੇ ਇਹ ਨਹੀਂ ਹੋ ਸਕਦਾ ਵੀ ਹਾਂ ਵੀ ਉਹਦੇ ਤੇ ਕੰਮ ਨਾ ਕਰ ਸਕੀਏ। ਕੰਮ ਕਰਾਂਗੇ ਔਰ ਰਿਜ਼ਲਟ ਵੀ ਦੇਵਾਂਗੇ। ਪ੍ਰਗਟ ਸਿੰਘ ਨੇ ਅੱਜ ਕੈਬਨਿਟ ਮੰਤਰੀ ਦੇ ਵਜੋਂ ਸਹੁੰ ਚੁੱਕੀ ਹੈ। ਰਾਜ ਭਵਨ ਤੋਂ ਸਿੱਧਾ ਹੁਣ ਆਪਣੇ ਪਰਿਵਾਰ ਨੂੰ ਮਿਲਣ ਘਰ ਪਹੁੰਚੇ ਨੇ। ਸਾਡੇ ਨਾਲ ਨੇ ਪ੍ਰਗਟ ਜੀ। ਮਤਲਬ ਖਿਡਾਰੀਆਂ ਦੇ ਵਿੱਚ ਇੱਕ ਕਾਬਲੀਅਤ ਹੁੰਦੀ ਹੈ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਪਰਫਾਰਮ ਕਰਦੇ ਹੁਣ ਦੇਸ਼ ਨੂੰ ਟੀਮ ਨੂੰ ਹਾਕੀ ਨੂੰ ਡਿਫੈਂਡ ਕਰਦੇ ਰਹੇ ਹੋ ਹੁਣ 3 ਮਹੀਨੇ ਜਾਂ 4 ਮਹੀਨੇ ਦੀ ਸਰਕਾਰ ਨੂੰ ਡਿਫੈਂਡ ਕਰਨਾ ਔਰ ਪਰਫਾਰਮ ਕਰਕੇ ਦਿਖਾਉਣਾ ਕਿੱਡਾ ਕੁ ਚੈਲੰਜ ਹੈ। ਨਹੀਂ ਕੋਈ ਚੈਲੰਜ ਬਹੁਤਾ ਵੱਡਾ ਨਹੀਂ ਹੈ। ਮੈਨੂੰ ਸੱਚੀ ਗੱਲ ਆ ਕਿ ਜਿਹੜੇ ਆਖਰੀ ਮਿੰਟ ਹੁੰਦੇ ਆ ਮੈਨੂੰ ਉਹਦੇ 'ਚ ਖੇਡਣ ਦਾ ਜ਼ਿਆਦਾ ਮਜ਼ਾ ਆਉਂਦਾ। ਉਹਦਾ ਕਾਰਨ ਇਹ ਹੈ ਕਿ ਕਈ ਵਾਰੀ ਨਾ ਟਾਈਮ ਪਾਸ ਬੰਦੇ ਕਰਦੇ ਆ ਵੀ ਯਾਰ ਇਹ ਸਮਾਂ ਹੈਗਾ, ਪਰ ਹੁਣ ਸਮਾਂ ਨਹੀਂ ਹੈਗਾ। ਸਮਾਂ 90 ਦਿਨ ਹੈ, ਇਸ਼ੂਜ਼ 3-4 ਹੈ ਜਿਹੜੇ ਪੰਜਾਬ ਨੂੰ ਟੁੰਬਦੇ ਆ ਔਰ ਜਿਹੜੇ ਮੇਰੇ ਵੀ ਹਮੇਸ਼ਾ ਕਿਤੇ ਨਾ ਕਿਤੇ ਜ਼ਹਿਨ ਨੂੰ ਟੁੰਬਦੇ ਆ, ਜਿਹੜੇ ਕਰਨ ਵਾਲੇ ਆ, ਜਿਹੜੇ ਹੋ ਸਕਦੇ ਆ। ਮੈਂ ਨਹੀਂ ਕਹਿੰਦਾ ਜਿਹੜੇ ਨਹੀਂ ਹੋ ਸਕਦੇ, ਉਹਦੇ ਤੇ ਸਾਨੂੰ ਬਿਲਕੁਲ ਲੁਪਾਪੋਚੀ ਨਹੀਂ ਕਰਨੀ ਚਾਹੀਦੀ, ਬਟ ਜਿਹੜੇ ਹੋਣ ਵਾਲੇ ਆ, ਸਾਡਾ ਬੇਸਿਕ ਇਸ਼ੂ ਜਿਹੜਾ ਬਿਜਲੀ ਦਾ, ਸਾਡਾ ਬੇਸਿਕ ਇਸ਼ੂ ਜਿਹੜਾ ਉਹ ਡਰੱਗਸ ਦਾ, ਸਾਡਾ ਬੇਸਿਕ ਇਸ਼ੂ ਜਿਹੜਾ ਹੈਗਾ ਉਹ ਬੇਅਦਬੀਆਂ ਦਾ, ਕਿਉਂਕਿ ਬੇਅਦਬੀਆਂ ਦਾ ਬਹੁਤ ਕਾਨੂੰਨੀ ਦਾ ਪੇਚਾਂ ਦੇ ਵਿੱਚ ਵੀ ਫਸਿਆ ਹੋਇਆ, ਕੋਰਟਸ ਦੇ ਵਿੱਚ ਵੀ ਫਸਿਆ ਹੋਇਆ, ਬਟ ਉਹਦੇ 'ਚ ਬੈਸਟ ਬ੍ਰੇਨ ਯੂਜ਼ ਕਰਕੇ, ਉਹਦੇ 'ਚ ਬੈਸਟ ਐਬਿਲਿਟੀ ਯੂਜ਼ ਕਰਕੇ ਔਰ ਨੀਅਤ ਸਾਫ਼ ਕਰਕੇ ਸਾਨੂੰ ਅੱਗੇ ਤੁਰਨ ਦੀ ਜ਼ਰੂਰਤ ਹੈਗੀ। ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਲਾਸਟ ਮਿੰਟ 'ਚ ਖੇਡਣ ਦੀ ਕਾਬਲੀਅਤ ਹੈਗੀ ਹੈ, ਪਰ ਤੁਹਾਡੀ ਮੋਨੀਟਰਿੰਗ ਬੜੀ ਜ਼ਬਰਦਸਤ ਹੋ ਰਹੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਵੀ ਕਹਿ ਰਿਹਾ ਕਿ ਸਾਨੂੰ ਤੇ ਕਹਿੰਦੇ ਰਹੇ ਆ ਵੀ ਫੜ ਕੇ ਅੰਦਰ ਦਿਓ, ਫੜ ਕੇ ਅੰਦਰ ਦਿਓ, ਹੁਣ ਫੜ ਕੇ ਦਿਓ ਅੰਦਰ, ਕਿਉਂਕਿ ਤੁਹਾਡੀ ਮੋਨੀਟਰਿੰਗ ਸ਼ਾਇਦ ਅਗਲੇ ਦਿਨ ਹੀ ਸ਼ੁਰੂ ਹੋ ਗਈ ਸੀ, 2 ਦਿਨ ਬਾਅਦ ਹੀ ਸ਼ੁਰੂ ਹੋ ਗਈ ਸੀ। ਇਸ ਦੇ ਲਈ ਇਸ ਪੱਖੋਂ ਵੀ ਮੈਂ ਕਹਿ ਰਿਹਾ ਕਿ ਤੁਹਾਡੇ ਕੋਲ ਸ਼ਾਇਦ ਗਲਤੀ ਦੀ ਚੂਕ ਦੀ ਗੁੰਜਾਇਸ਼ ਬਹੁਤ ਘੱਟ ਹੈਗੀ। ਨਹੀਂ ਕੋਈ ਇਹੋ ਜੀ ਗੱਲ ਨਹੀਂ ਹੈ। ਕੋਈ ਦੇਖੋ ਹਮੇਸ਼ਾ ਜਿਹੜੀ ਚੰਗੀ ਚੀਜ਼ ਲਈ ਸਾਨੂੰ ਪਹਿਰਾ ਦੇਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਸਾਡੇ ਸੀਨੀਅਰ ਲੀਡਰ ਹੈ, ਪੁਰਾਣੇ ਲੀਡਰ ਹੈ। ਮੈਨੂੰ ਲੱਗਦਾ ਕਿ ਜਿਹੜਾ ਸੂਰਜ ਚੜ੍ਹਦਾ ਆ ਉਹ ਕਿਤੇ ਨਾ ਕਿਤੇ ਲਹਿੰਦਾ ਵੀ ਜ਼ਰੂਰ ਹੈ, ਤੇ ਸਾਨੂੰ ਸਮੇਂ ਦਾ ਹਾਣੀ ਬਣਨਾ ਔਰ ਉਹ ਚੀਜ਼ਾਂ ਜਿਹੜੀਆਂ ਸਾਨੂੰ ਉਹਦੇ ਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਔਰ ਮੈਨੂੰ ਲੱਗਦਾ ਉਹਨੂੰ ਐਕਸੈਪਟ ਕਰ ਲੈਣਾ ਚਾਹੀਦਾ। ਸਾਡੇ ਨਾ ਸਪੋਰਟਸ ਦੇ ਵਿੱਚ ਕਈ ਵਾਰੀ ਇਹ ਹੁੰਦਾ ਵੀ ਜੇ ਬੰਦਾ ਬਾਲ ਦੇ ਨਾਲ ਮੈਚ ਨਾ ਕਰ ਸਕਦਾ ਹੋਵੇ ਤੇ ਉਹਨੂੰ ਛੱਡ ਦੇਣਾ ਚਾਹੀਦਾ। ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਚੀਜ਼ਾਂ ਨੂੰ ਛੱਡ ਦੇਣਾ ਚਾਹੀਦਾ। ਗ੍ਰੇਸਫੁਲੀ ਜਿੰਨੀ ਕੁ ਪ੍ਰਮਾਤਮਾ ਨੇ ਉਮਰ ਬਖਸ਼ੀ ਹੈ ਉਹਨੂੰ ਇੰਜੋਏ ਕਰਕੇ ਆਪਣੀ ਲਾਈਫ ਦੇ ਵਿੱਚ ਅੱਗੇ ਤੁਰਨਾ ਚਾਹੀਦਾ। ਆਮ ਤੌਰ ਤੇ ਜਦੋਂ ਨਵੀਂ ਕੈਬਨਿਟ ਦਾ ਗਠਨ ਹੁੰਦਾ ਇੱਕ ਕੰਬੀਨੇਸ਼ਨ ਬਣਾਇਆ ਜਾਂਦਾ, ਯੂਥ ਕਿੰਨਾ ਕੁ ਹੈ, ਤਜਰਬੇਕਾਰ ਲੀਡਰ ਕਿੰਨੇ ਕੁ ਹੈ। ਤੁਹਾਡੀ ਜਦੋਂ ਕੈਬਨਿਟ ਦਾ ਗਠਨ ਹੋਇਆ ਤੇ ਉਹਦੇ ਉੱਤੇ ਪਹਿਲੇ ਦਿਨ ਹੀ ਐਲੀਗੇਸ਼ਨ ਆਣੇ ਸ਼ੁਰੂ ਹੋ ਗਏ। 2 ਮੰਤਰੀ ਅੱਜ ਪੀਸੀ ਕਰ ਗਏ। ਤੁਸੀਂ ਪਾਵਰ ਦਾ ਜ਼ਿਕਰ ਕੀਤਾ ਸੀਗਾ, ਸਾਬਕਾ ਪਾਵਰ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ, ਕਹਿੰਦੇ ਦੱਸੋ ਸਾਨੂੰ ਕਿਉਂ ਬਾਹਰ ਕੱਢਿਆ, ਸਾਡਾ ਕੋਈ ਕਸੂਰ ਨਹੀਂ ਸੀਗਾ, ਇਹ ਕੁਝ ਮਨਮਰਜ਼ੀਆਂ ਕੀਤੀਆਂ ਜਾ ਰਹੀਆਂ। ਬਲਬੀਰ ਸਿੱਧੂ ਨੇ ਵੀ ਪੀਸੀ ਕੀਤੀ ਹੈ, ਪਾਵਰ ਮਿਨਿਸਟਰ ਨੇ ਵੀ ਪੀਸੀ ਕੀਤੀ ਹੈ। ਕੁਝ ਬਹੁਤ ਸਾਰੇ ਐਮਐਲਏ ਹੈ ਜਿਹੜੇ ਰਾਣਾ ਗੁਰਜੀਤ ਦੇ ਅਗੇਂਸਟ ਵੀ ਚਿੱਠੀਆਂ ਲਿਖ ਰਹੇ ਆ। ਤੁਹਾਨੂੰ ਲੱਗਦਾ ਕਿ ਇਹ ਪਹਿਲੇ ਦਿਨੋਂ ਹੀ ਜਿਹੜਾ ਤੁਹਾਡੇ ਤੇ ਅਟੈਕ ਹੋਣਾ ਸ਼ੁਰੂ ਹੋ ਗਿਆ, ਇਹ ਤੁਹਾਡੀ ਰਫ਼ਤਾਰ ਤੇ ਜਾਂ ਕੰਮ ਤੇ ਕੀ ਅਸਰ ਪਾਏਗਾ ਤੇ ਇਸ ਐਲੀਗੇਸ਼ਨਸ ਨੂੰ ਦੇਖਦੇ ਕਿਵੇਂ ਹੋ? ਦੇਖੋ ਮੈਨੂੰ ਇਹ ਲੱਗਦਾ ਕਿ ਇਹ ਇੰਟਰਨਲ ਡੈਮੋਕ੍ਰੇਸੀ ਦਾ ਹਿੱਸਾ, ਇਹਦੇ ਨਾਲ ਹੀ ਡੈਮੋਕ੍ਰੇਸੀ ਕਰੈਕਟ ਹੁੰਦੀ ਆ। ਤੁਹਾਨੂੰ ਯਾਦ ਹੋਣਾ ਪਿਛਲੇ ਸਮੇਂ 'ਚ ਮੈਂ ਕਿੰਨਾ ਬੋਲਿਆ ਪਾਰਟੀ ਦੇ ਵਿੱਚ ਰਹਿ ਕੇ, ਇਹ ਗੱਲਾਂ ਬੀਜੇਪੀ 'ਚ ਨਹੀਂ ਹੋ ਸਕਦੀਆਂ। ਅੱਜ ਉਹਨਾਂ ਨੇ ਅੱਧਾ ਦੇਸ਼ ਵੇਚ ਦਿੱਤਾ ਅੰਬਾਨੀਆਂ ਨੂੰ ਤੇ ਅੱਧਾ ਅਡਾਨੀਆਂ ਨੂੰ, ਤੇ ਬੀਜੇਪੀ 'ਚ ਕਿਸੇ ਦੀ ਜ਼ਰੂਰਤ ਹੈਗੀ ਆ ਕਿਸੇ ਲੀਡਰ ਦੀ ਵੀ ਉਹ ਅਮਿਤ ਸ਼ਾਹ ਤੇ ਮੋਦੀ ਜੀ ਦੇ ਅਗੇਂਸਟ ਕੁਝ ਬੋਲ ਜਾਏ? ਮੈਂ ਸਵਾਲ ਤੇ ਕਾਂਗਰਸ ਲੀਡਰਾਂ ਨੂੰ ਕਿਹਾ, ਤੁਸੀਂ ਬੀਜੇਪੀ ਨੂੰ ਕਿਉਂ ਕਹਿ ਰਹੇ ਹੋ? ਮੈਂ ਇਸ ਕਰਕੇ ਕਹਿਣਾ ਕਿ ਇੰਟਰਨਲ ਡੈਮੋਕ੍ਰੇਸੀ ਸਟਰੋਂਗ ਹੋਣੀ ਚਾਹੀਦੀ ਆ। ਮੈਂ ਉਹਦਾ ਜਵਾਬ ਦੇ ਰਿਹਾ ਕਿ ਇੰਟਰਨਲ ਡੈਮੋਕ੍ਰੇਸੀ ਜਿੰਨਾ ਚਿਰ ਸਟਰੋਂਗ ਨਹੀਂ ਹੋਊਗੀ, ਸਾਡੇ ਕੀ ਕਰਦੇ ਆ ਕਈ ਵਾਰੀ ਲੀਡਰ ਹੀ ਜਿਹੜੇ ਆ
ਉਹ ਕਿਸੇ ਵੀ ਲੀਡਰ ਨੂੰ ਡੈਮੀ ਗੋਡ ਬਣਾ ਦਿੰਦੇ ਆ। ਫਿਰ ਉਹਦਾ ਬੇਸਿਕਲੀ ਇਨਸਾਨ ਤਾਂ ਇਨਸਾਨ ਹੀ ਆ ਨਾ, ਤੇ ਉਹਦੇ ਕਈ ਵਾਰੀ ਹਵਾ ਦਿਮਾਗ 'ਚ ਆ ਜਾਂਦੀ ਆ, ਤੇ ਉਹ ਫਿਰ ਹੌਲੀ ਹੌਲੀ ਉਹ ਫਿਰ ਕਹਿੰਦੇ ਵੀ ਤੁਹਾਡੇ ਵਰਗਾ ਨਾ ਪੈਦਾ ਹੋਇਆ ਨਾ ਪੈਦਾ ਹੋਣਾ। ਇਦਾਂ ਦੀ ਕੋਈ ਗੱਲ ਨਹੀਂ ਹੈ। ਸਾਨੂੰ ਗਰਾਊਂਡ ਲੈਵਲ ਤੇ ਰਹਿ ਕੇ, ਸਾਨੂੰ ਡਿਸਕਸ ਕਰਕੇ, ਉਹਨਾਂ ਦੀ ਐਕਸਪਰਟ ਓਪੀਨੀਅਨ ਲੈ ਕੇ, ਟੈਕਨੋਕ੍ਰੈਟਸ ਦੀ ਜ਼ਰੂਰਤ ਹੈ, ਬਿਊਰੋਕਰੈਟਸ ਦੀ ਜ਼ਰੂਰਤ ਹੈ। ਦੁਨੀਆ ਦੇ ਉੱਤੇ ਅੱਜ ਦੁਨੀਆ ਕਿੱਥੇ ਜਾ ਰਹੀ ਹੈ ਰਿਸਰਚ ਕਰਕੇ। ਇਜ਼ਰਾਈਲ ਇੱਕ ਛੋਟਾ ਜਿਹਾ ਮੁਲਕ ਹੈ, ਪੰਜਾਬ ਨਾਲੋਂ ਵੀ ਛੋਟਾ ਆ, ਲੇਕਿਨ ਅੱਜ ਦੁਨੀਆ ਦੇ ਉੱਤੇ ਫਾਈਨੈਂਸ਼ੀਅਲ ਐਂਗਲ ਨਾਲ ਰਾਜ ਕਰ ਰਿਹਾ। ਲੇਕਿਨ ਸਾਨੂੰ ਵੀ ਇਹੋ ਜਿਹਾ ਮਾਹੌਲ, ਸਾਨੂੰ ਵੀ ਇਹੋ ਜਿਹੀ ਸੋਚ, ਸਾਨੂੰ ਵੀ ਇਹੋ ਜਿਹੀ ਐਜੂਕੇਸ਼ਨ। ਅੱਜ ਸਾਨੂੰ ਕਿੰਨੀਆਂ ਸਮੱਸਿਆਵਾਂ, ਸਾਡਾ ਯੂਥ ਬਾਹਰ ਜਾ ਰਿਹਾ, ਅਸੀਂ ਬੱਚਿਆਂ ਨੂੰ ਆਪਣਿਆਂ ਨੂੰ ਸਮੇਂ ਦਾ ਹਾਣੀ ਨਹੀਂ ਬਣਾਇਆ, ਸਾਡੀ ਬਹੁਤ ਸਮੱਸਿਆਵਾਂ, ਸਾਡਾ ਪਾਣੀ ਦਾ ਲੈਵਲ ਥੱਲੇ ਜਾ ਰਿਹਾ। ਅੱਜ ਜਿਹੜੇ ਸਾਡੇ ਖੇਤੀ ਕਾਨੂੰਨ ਹੈਗੇ ਆ, ਚਾਹੇ ਸਾਡੀ ਖੇਤੀ ਹੈਗੀ ਆ, ਉਹ ਪ੍ਰੋਫਿਟੇਬਲ ਨਹੀਂ ਰਹੀ, ਉਹਨੂੰ ਕਿੱਦਾਂ ਪ੍ਰੋਫਿਟ ਦੇ ਵਿੱਚ ਲੈ ਕੇ ਆਉਣਾ। ਇਹ ਸਾਰੀਆਂ ਚੀਜ਼ਾਂ ਤੇ ਮਿਹਨਤ ਕਰਨ ਦੀ ਜ਼ਰੂਰਤ ਹੈ। ਸਾਨੂੰ ਇਹਨਾਂ ਚੀਜ਼ਾਂ ਨੂੰ ਲੜਨ ਦੀ ਜ਼ਰੂਰਤ ਨਹੀਂ ਹੈ। ਜਿੱਥੋਂ ਵੀ ਸਾਨੂੰ ਓਪੀਨੀਅਨ ਮਿਲੇ ਲਿਆ ਕੇ, ਕਿਉਂਕਿ ਦੁਨੀਆ ਦੇ ਉੱਤੇ ਪੰਜਾਬੀਆਂ ਨੇ ਜਾ ਕੇ ਰਾਜ ਕੀਤਾ। ਇਹਦਾ ਮਤਲਬ ਉਹਨਾਂ ਕੋਲ ਕਪੈਸਿਟੀ ਹੈਗੀ ਆ, ਔਰ ਉਹੋ ਜਿਹੀਆਂ ਜੇ ਐਕਸਪਰਟ ਓਪੀਨੀਅਨ ਅਸੀਂ ਇੱਥੇ ਲੈ ਆਈਏ, ਔਰ ਉਹ ਦੇਣ ਨੂੰ ਤਿਆਰ ਬੈਠੇ ਆ। ਉਹਨਾਂ ਦਾ ਜਿੰਨੇ NRI ਆ, ਦਿਲ ਉਹਨਾਂ ਦਾ ਸ਼ਾਮ ਨੂੰ ਪੰਜਾਬ 'ਚ ਹੀ ਧੜਕਦਾ। ਸੋ ਇਸ ਕਰਕੇ ਮੈਨੂੰ ਲੱਗਦਾ ਵੀ ਸਾਨੂੰ ਗੁਰੇਜ਼ ਨਹੀਂ ਕਰਨਾ ਚਾਹੀਦਾ ਇਹੋ ਜਿਹੀਆਂ ਚੀਜ਼ਾਂ ਪੁੱਛਣ ਤੋਂ, ਤੇ ਉਹਨੂੰ ਇੰਪਲੀਮੈਂਟ ਕਰਨਾ। ਆਖਰੀ ਸਵਾਲ ਪ੍ਰਗਟ ਜੀ, ਤੁਸੀਂ ਵਿਧਾਨ ਸਭਾ ਦੇ ਵਿੱਚ ਕਿਹਾ ਸੀਗਾ ਵੀ ਸਾਡੇ ਪਲੇਅਰ ਪਰਫਾਰਮ ਕਿੱਥੋਂ ਕਰਨ, ਨਿੱਕਰਾਂ ਖਰੀਦਣ ਨੂੰ ਪੈਸੇ ਨਹੀਂ ਹੈਗੇ। ਮੈਨੂੰ ਯਾਦ, ਮੈਂ ਉਸ ਦਿਨ ਵਿਧਾਨ ਸਭਾ ਦੇ ਵਿੱਚ ਸੀਗਾ। ਚਰਚਾ ਹੈ ਕਿ ਸਪੋਰਟਸ ਮਿਨਿਸਟਰੀ ਦਿੱਤੀ ਜਾ ਸਕਦੀ ਹੈ। ਫਿਰ ਜਦੋਂ 4 ਸਾਲਾਂ 'ਚ ਨਿੱਕਰਾਂ ਖਰੀਦਣ ਜੋਗੇ ਪੈਸੇ ਨਹੀਂ ਸੀ, 3 ਮਹੀਨਿਆਂ 'ਚ 4 ਮਹੀਨਿਆਂ 'ਚ ਪ੍ਰਗਟ ਸਿੰਘ ਸਪੋਰਟਸ ਪੰਜਾਬ ਦਾ ਫਿਊਚਰ ਕੀ ਦੇਖਦੇ ਨੇ? ਦੇਖੋ, ਮਾਹੌਲ ਬਣਾਉਣ ਦੀ ਗੱਲ ਹੈ, ਪਰ ਤੁਹਾਨੂੰ ਇਹ 90 ਦਿਨਾਂ 'ਚ ਮੈਂ ਮਾਹੌਲ ਜ਼ਰੂਰ ਬਣਦਾ ਦਿਖੂਗਾ। ਘੱਟੋ ਘੱਟ ਵੀ ਹਰ ਜ਼ਿਲ੍ਹੇ ਦੇ ਵਿੱਚ 5-5, 7-7, 10-10 ਹਜ਼ਾਰ ਬੱਚੇ ਦੇ ਕੋਲ, ਜਿੱਥੇ ਹਾਕੀ ਚਾਹੀਦੀ ਉੱਥੇ ਹਾਕੀ ਹੋਊਗੀ, ਜਿੱਥੇ ਫੁੱਟਬਾਲ ਚਾਹੀਦਾ ਉੱਥੇ ਫੁੱਟਬਾਲ ਹੋਊਗਾ। ਕਿਉਂਕਿ ਇੱਕ ਮਾਹੌਲ ਪੰਜਾਬੀ ਚਾਹੁੰਦਾ, ਜਦੋਂ ਉਹਦੀ ਫਲੋ ਬਣ ਜਾਂਦੀ ਹੈ ਨਾ। ਕਿਉਂਕਿ ਮੈਨੂੰ ਇਵੈਂਟ ਕ੍ਰੀਏਟ ਕਰਨੇ ਵੀ ਆਉਂਦੇ ਆ, ਮੈਨੂੰ ਉਹ ਸੋਚ ਵੀ ਹੈਗੀ ਆ, ਔਰ ਉਹਦੇ ਪਿੱਛੇ ਮਿਹਨਤ ਦੀ ਜ਼ਰੂਰਤ ਵੀ ਆ। ਕਿਉਂਕਿ ਮੈਂ ਤਾਂ ਜੇ ਇਹ ਸਪੋਰਟਸ ਮਹਿਕਮਾ ਮੇਰੇ ਕੋਲ ਆਇਆ, ਇਹ ਕੱਲ੍ਹ ਤੋਂ ਹੀ ਸ਼ੁਰੂ ਹੋ ਜਾਣਾ। ਕਿਉਂਕਿ ਇਹ ਮੈਨੂੰ ਪਤਾ ਹੈ ਪਿਛਲੇ ਵਾਹਵਾ ਸਮੇਂ ਤੋਂ ਡਿਫੰਕਟ ਹੋਇਆ ਆ। ਕਿਉਂਕਿ ਮੈਂ ਸਾਰੇ ਕੋਚ ਜਿੰਨੇ ਰੱਖੇ ਸੀ, ਜੋ ਕੀਤਾ ਸੀ, ਇਹ ਠੀਕ ਆ। ਮੈਂ ਕਿਹਾ ਸੀ ਵਿਧਾਨ ਸਭਾ ਦੇ ਵਿੱਚ, ਤੇ ਪਿਛਲੇ 4 ਸਾਲਾਂ ਦੇ ਵਿੱਚ ਸਪੋਰਟਸ ਮਹਿਕਮੇ ਨੇ ਨਿੱਕਰ ਵੀ ਨਹੀਂ ਖਰੀਦੀ। ਇਹ ਗੱਲ ਠੀਕ ਹੈਗੀ ਆ, ਮੈਂ ਅੱਜ ਵੀ ਉਹਦੇ ਤੇ ਖੜਾ। ਲੇਕਿਨ ਇਹ ਹੈ ਕਿ ਇਹਦੇ ਤੇ ਇਹ ਨਹੀਂ ਹੋ ਸਕਦਾ ਵੀ ਹਾਂ ਵੀ ਉਹਦੇ ਤੇ ਕੰਮ ਨਾ ਕਰ ਸਕੀਏ। ਕੰਮ ਕਰਾਂਗੇ ਔਰ ਰਿਜ਼ਲਟ ਵੀ ਦੇਵਾਂਗੇ। ਧੰਨਵਾਦ। ਸੋ ਇਹ ਸਨ ਪ੍ਰਗਟ ਸਿੰਘ, ਜਿਨ੍ਹਾਂ ਨੂੰ ਉਮੀਦ ਹੈ ਕਿ ਸਪੋਰਟਸ ਮਿਨਿਸਟਰੀ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ, ਤੇ ਉਹ ਇਹ ਗੱਲ ਦਾ ਹੁਣ ਤੋਂ ਵੀ ਦਾਅਵਾ ਕਰ ਰਹੇ ਨੇ ਕਿ ਸਪੋਰਟਸ ਮਿਨਿਸਟਰੀ ਜੇ ਉਹਨਾਂ ਨੂੰ ਮਿਲੀ ਤਾਂ ਕਹਿੰਦੇ ਕਿ 3 ਮਹੀਨੇ ਦੇ ਵਿੱਚ ਜੇ ਨਵੇਂ ਖਿਡਾਰੀ ਪੈਦਾ ਨਹੀਂ ਕੀਤੇ ਜਾ ਸਕਦੇ, ਤੇ ਇਸ ਤਰ੍ਹਾਂ ਦਾ ਮਾਹੌਲ ਸਿਰਜਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚੋਂ ਬਿਹਤਰ ਤੇ ਵੱਡੇ ਖਿਡਾਰੀ ਨਿਕਲ ਸਕਣ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਚੰਡੀਗੜ੍ਹ। ਅਲੀਸ਼ਾ ਬੇਗਮ ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ तुरंत संपर्क करो, ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ। वर्ल्ड फेमस बाबा सलीम खान 21 ਵਾਰ गोल्ड मेडलिस्ट। ਸਾਰੀਆਂ ਥਾਵਾਂ ਤੋਂ ਨਿਰਾਸ਼ ਅਤੇ ਮਾਇੂਸ ਹੋਣ ਵਾਲੇ ਇੱਕ ਵਾਰ ਫੋਨ ਜ਼ਰੂਰ ਕਰੋ, ਜਿਵੇਂ ਚਾਹੋਗੇ ਉਵੇਂ ਹੋਏਗਾ। ਇਟਸ ਮਾਈ ਪ੍ਰੋਮਿਸ, ਇਮੀਡੀਏਟਲੀ ਰਿਜ਼ਲਟ, ਓਪਨ ਚੈਲੰਜ। ਇਲਮਾਂ ਦੇ ਮਾਹਿਰ A to Z ਸਮੱਸਿਆਵਾਂ ਦਾ ਫੋਨ ਤੇ ਘਰ ਬੈਠੇ ਕਰਵਾਓ ਹੱਲ। ਵਸ਼ੀਕਰਨ ਅਤੇ ਮੁੱਠ ਕਰਨੀ, ਲਵ ਮੈਰਿਜ, ਸੌਤਨ ਅਤੇ ਦੁਸ਼ਮਣ ਤੋਂ ਛੁਟਕਾਰਾ, ਪੱਕਾ ਕੰਮ ਪੱਕਾ ਹੱਲ, 101% ਦੀ ਗਾਰੰਟੀ, ਅਸ਼ਟਾਮ ਪੇਪਰ ਸਮੇਤ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਝਗੜਾ, ਪਤੀ ਪਤਨੀ 'ਚ ਅਣਬਣ, ਜਾਦੂ ਟੋਨਾ, ਮਨਮੋਹਣੀ ਵਸ਼ੀਕਰਨ ਕਰਵਾਓ ਜਾਂ ਤੁੜਵਾਓ, ਰੁੱਸੇ ਨੂੰ ਮਨਾਉਣਾ। ਹੁਣੇ ਕਾਲ ਕਰੋ ਬਾਬਾ ਸਲੀਮ ਖਾਨ 98 199 37 467।